ਬਹਿਬਲ ਕਲਾਂ ਕੋਰਟ ਦਾ ਕੇਸ ਕੋਰਟ ਦੇ ਵਿੱਚ ਇੱਥੇ ਪਿਆ ਕਿ ਅੱਜ ਚਾਰਜਸ ਲੱਗ ਗਏ ਨੇ, ਕੱਲ ਤੋਂ ਗਵਾਹੀਆਂ ਸ਼ੁਰੂ ਹੋ ਜਾਣ। ਮੈਂ ਸਮਝਦਾ ਵੀ ਦੋਸ਼ੀਆਂ ਨੂੰ ਸਜ਼ਾਵਾਂ ਹੋ ਜਾਣ। ਸ਼ਰੇਆਮ ਪਤਾ ਜੀ ਗੋਲੀ ਚਲਾਉਣ ਵਾਲਾ ਕੌਣ ਹੈ ਤੇ ਚਲਵਾਈ ਕਿੰਨੇ, ਪਰ ਸਰਕਾਰਾਂ ਕਰਨਾ ਨਹੀਂ ਚਾਹੁੰਦੀਆਂ, ਸਰਕਾਰਾਂ ਦਾ ਪੱਖ ਹੀ ਨਹੀਂ ਰਿਹਾ ਹੈ। ਚਾਹੇ ਕਤਲ ਕਰਨ ਵਾਲਾ ਕਾਂਸਟੇਬਲ ਹੈ, ਚਾਹੇ ਉਹ ਮੁੱਖ ਮੰਤਰੀ ਹੈ, ਇਕੁਅਲ ਉਹਨਾਂ ਦਾ ਸਟੇਟਸ ਹੈ। ਜੇ ਮੁਲਜ਼ਮ ਹੈ, ਚਾਹੇ ਉਹ ਵੱਡਾ ਹੈ ਚਾਹੇ ਛੋਟਾ ਹੈ, ਉਹ ਮੁਲਜ਼ਮ ਸਾਰੇ ਹੀ ਨੇ। ਬਗਰਾੜੀ ਮੋਰਚਾ ਚੁਕਾਉਣ ਆਏ ਕੁਝ ਕੁ ਨੁਮਾਇੰਦੇ ਕਹਿੰਦੇ ਸਾਨੂੰ ਪਾਵਰ ਘੰਟਿਆਂ ਬੱਧੀ ਮਿਲ ਜੇ, ਅਸੀਂ ਹੱਲ ਕਰ ਦਿਆਂਗੇ, ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦੇ ਦਾਂਗੇ। ਸਰਕਾਰਾਂ ਰਲੀਆਂ ਹੋਈਆਂ ਨੇ, ਸੌਦੇ ਇਹਨਾਂ ਦੇ ਹੋਏ ਨੇ। ਰੰਧਾਵਾ ਸਾਹਿਬ ਦਾ ਬਿਆਨ ਸੀ ਮੈਨੂੰ ਘੰਟੇ ਲਈ ਪਾਵਰ ਮਿਲ ਜੇ, ਅੱਜ 3 ਮਹੀਨੇ ਲਈ ਪਾਵਰ ਹੈ। 3 ਮਹੀਨੇ ਹੋ ਗਏ ਕੁਰਸੀ ਦਾ ਨਿੱਘ ਮੰਨਦੇ ਨੂੰ, ਦੋ ਅਹੁਦੇ ਆ, ਡਿਪਟੀ ਸੀਐਮ ਵੀ ਅਤੇ ਗ੍ਰਹਿ ਮੰਤਰੀ ਵੀ ਆ। ਸੁਮੇਧ ਸਿੰਘ ਸੈਣੀ ਨੇ ਖੁਦ ਇੱਕ ਅਖਬਾਰ ਦੇ ਵਿੱਚ ਕਿਹਾ ਸੀ ਕਿ ਮੈਂ ਗੋਲੀ ਜਿਹੜੀ ਹੈ ਸੀਐਮ ਦੇ ਕਹਿਣ ਤੇ ਚਲਾਈ ਹੈ। ਬੇਅਦਬੀ ਵਾਲੇ ਡੇਰੇ ਦੇ ਜਿਹੜੇ 3 ਬੰਦੇ ਭਗੌੜੇ ਆ, ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਕਾਂਗਰਸ ਹੈ ਜਿਹੜੇ ਉਹ ਅਕਾਲੀਆਂ ਨੂੰ ਬਚਾਉਣਾ। ਆਹ ਉਹ ਜਗ੍ਹਾ ਜਿੱਥੇ ਗੋਲੀਆਂ ਚਲਾਈਆਂ ਸੀ, 100 ਬੰਦਾ ਬੈਠਾ ਸੀ ਬਾਈ, ਜਦੋਂ ਮੇਰੇ ਬਾਪੂ ਦੇ ਗੋਲੀਆਂ ਮਾਰੀਆਂ। ਇਹਨਾਂ ਦਾ ਮਰਦਾ ਉਹ ਸੜਕਾਂ 'ਤੇ ਬੈਠੇ ਨੇ, ਮਾਰਨ ਵਾਲੇ ਇੰਜੋਏ ਕਰ ਰਹੇ ਨੇ। ਦੱਸੋ ਕਾਹਦੀ ਤੁਹਾਡੀ ਡੈਮੋਕ੍ਰੇਸੀ ਹੈ? ਪੁਲਿਸ ਇੱਥੇ ਜ਼ਿਆਦਾ ਸੀ, ਬੰਦੇ ਥੋੜੇ ਸੀ, ਫਿਰ ਵੀ ਇਹ ਗੋਲੀਆਂ ਮਾਰ ਕੇ ਬੰਦੇ ਮਰ ਜਾਂਦੇ ਆ ਤੇ ਅੱਜ ਤੱਕ ਇਨਸਾਫ ਨਹੀਂ ਸਾਡਾ। ਉਹਨਾਂ ਨੂੰ ਕੋਈ ਵੀ ਬੰਦਾ ਜਦੋਂ ਨਾ ਮਿਲੇ ਉਦੋਂ ਇਹਨਾਂ ਨੇ ਕਹਿਣਾ ਨਾ ਸਿੱਖਾਂ ਨੇ ਚਲਾਇਆ, ਖਾਲਸਤਾਨੀਆਂ ਨੇ ਚਲਾਇਆ। ਜੋ ਸਿੱਧੂ ਨੂੰ ਸਾਡਾ ਸਵਾਲ ਆ ਕਿ ਸਰਕਾਰ ਦੇ ਵਿੱਚ ਹੋ ਕੇ ਵੀ ਉਹ ਕੁਝ ਹੱਲ ਨਹੀਂ ਕਰਵਾ ਸਕਦੇ, ਤਾਂ ਫਿਰ ਉਹਨਾਂ ਨੂੰ ਮੈਂ ਸਮਝਦਾ ਵੀ ਉਹ ਸਿਆਸਤ ਛੱਡ ਦੇਣੀ ਚਾਹੀਦੀ ਹੈ। ਜਿਹੜੀ ਪ੍ਰਧਾਨ ਦਾ ਆਪਦੀ ਪਾਰਟੀ ਦੇ ਵਿੱਚ ਹੀ ਕੋਈ ਕਹਿ ਲਗੇ ਵੀ ਕੋਈ ਅਹੁਦਾ ਹੀ ਨਹੀਂ ਰਹਿੰਦਾ, ਕੋਈ ਉਹਨਾਂ ਦਾ ਜ਼ੋਰ ਹੀ ਨਹੀਂ ਪੈਂਦਾ, ਤਾਂ ਫਿਰ ਫਾਇਦਾ ਨਹੀਂ ਆ। ਬਹਿਬਲ ਕਲਾਂ ਗੋਲੀकांड ਨੂੰ ਕਰੀਬ 6 ਸਾਲ ਦਾ ਸਮਾਂ ਬੀਤ ਚੁੱਕਿਆ। ਉਸ ਘਟਨਾ ਦੇ ਵਿੱਚ ਸਾਡੇ 2 ਜਿਹੜੇ ਸਿੰਘ ਸੀਗੇ ਉਹ ਸ਼ਹੀਦ ਹੋਏ ਸੀਗੇ, ਜੋ ਬੇਅਦਬੀ ਦੀ ਘਟਨਾ ਨੂੰ ਲੈ ਕੇ ਇਨਸਾਫ ਦੀ ਮੰਗ ਕਰ ਰਹੇ ਸੀ, ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਹੋਏ ਸੀਗੇ। ਤੇ ਉਸ ਸਮੇਂ ਪੁਲਿਸ ਦੇ ਵੱਲੋਂ ਜਿਹੜਾ ਲਾਠੀ ਚਾਰਜ ਕਰਵਾਇਆ ਗਿਆ, ਗੰਦੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ ਤੇ ਉਸ ਤੋਂ ਬਾਅਦ ਕਿ ਗੋਲੀਆਂ ਤੱਕ ਚਲਾਈਆਂ ਗਈਆਂ। ਤੇ ਪੁਲਿਸ ਨੇ ਉਸ ਪੁਲਿਸ ਨੂੰ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਉਹਨਾਂ ਨੂੰ ਅਣਪਛਾਤੇ ਜਿਹੜਾ ਸੀਗਾ ਉਹ ਪ੍ਰਸ਼ਾਸਨ ਤੇ ਸਰਕਾਰਾਂ ਨੇ ਘੋਸ਼ਿਤ ਕਰਤਾ ਸੀਗਾ। ਲੰਬਾ ਟਾਈਮ ਬੀਤਿਆ ਤੇ 2000 ਜਦੋਂ 17 ਦੀਆਂ ਚੋਣਾਂ ਆਈਆਂ ਤਾਂ ਉਸ ਦੇ ਵਿੱਚ ਵੀ ਇਹੀ ਗੱਲ ਕਹੀ ਗਈ ਕਿ ਅਸੀਂ ਇਸ ਜਿਹੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਸਿੰਘ ਇਨਸਾਫ ਦੀ ਮੰਗ ਕਰ ਰਹੇ ਨੇ, ਉਹਨਾਂ ਨੂੰ ਅਸੀਂ ਇਨਸਾਫ ਦਿਵਾਵਾਂਗੇ, ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆਗਾ। ਤੇ ਇਸ ਨੂੰ ਲੈ ਕੇ ਕਰੀਬ 6 ਸਾਲ ਦਾ ਸਮਾਂ ਬੀਤ ਚੁੱਕਿਆ ਹੈਗਾ। ਬੜਾ ਔਖਾ ਸਮਾਂ, ਇਹ ਇੱਕ ਦਿਨ ਬਿਤਾਉਣਾ ਔਖਾ ਸੀਗਾ ਕਿ ਅੱਜ 6 ਸਾਲ ਬੀਤ ਚੁੱਕੇ ਨੇ ਉਸ ਗੱਲ ਨੂੰ। ਅਸੀਂ ਬਹਿਬਲ ਕਲਾਂ ਪਿੰਡ ਦੇ ਵਿੱਚ ਮੌਜੂਦ ਹਾਂ, ਜਿੱਥੇ ਜਿਹੜਾ ਇਹ ਮੋਰਚਾ ਲੱਗਿਆ ਹੋਇਆ ਹੈਗਾ। ਮੋਰਚੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀਗੇ ਭਾਈ ਕ੍ਰਿਸ਼ਨ ਸਿੰਘ ਜੀ ਤੇ ਉਹਨਾਂ ਦੇ ਸੁਪੁੱਤਰ ਸਾਡੇ ਨਾਲ ਮੌਜੂਦ ਨੇ, ਸੁਖਰਾਜ ਜੀ। ਬਾਈ ਜੀ, ਇੱਕ ਦਿਨ ਬੜਾ ਔਖਾ ਕੱਢਣਾ ਹੁੰਦਾਗਾ, ਵੀ ਆਪਾਂ ਕਹਿ ਦਿੰਦੇ ਕਿ ਵੀ ਇੱਕ ਉਮੀਦ ਹੁੰਦੀ ਹੈਗੀ ਕਿ ਵੀ ਸਾਨੂੰ ਇਨਸਾਫ ਜ਼ਰੂਰ ਮਿਲੂਗਾ, ਪਰ 6 ਸਾਲ ਬੀਤ ਗਏ ਨੇ। ਕਿੰਨਾ ਕੁ ਔਖਾ ਸੀਗਾ, ਇੰਨਾ ਟਾਈਮ ਲੰਘਾਤਾਗਾ, ਪਰ ਅੱਗੇ ਕੀ ਲੱਗਦਾ ਤੁਹਾਨੂੰ ਉਮੀਦ ਨੂੰ ਲੈ ਕੇ ਜੇਕਰ ਮੈਂ ਗੱਲ ਕਰਾਂ ਤਾਂ? ਔਖਾ ਤਾਂ ਬਈ ਬਹੁਤ ਸੀਗਾ, ਜਿਹੜਾ 6 ਸਾਲ ਦਾ ਸਮਾਂ ਕਹੀਏ ਵੀ ਸਰਕਾਰ, ਪਹਿਲੀ ਗੱਲ ਤਾਂ ਜਦੋਂ 2015 'ਚ ਹੀ ਹੁੰਦਾ ਤਾਂ ਉਦੋਂ ਹੀ ਇਨਸਾਫ ਆ ਜਿਹੜਾ ਮਿਲਣਾ ਸੀਗਾ ਕਿ ਬੇਅਦਬੀ ਆ ਜਿਹੜੀ ਜਿਨ੍ਹਾਂ ਨੇ ਕੀਤੀ ਆ ਸਭ ਨੂੰ ਪਤਾ। ਗੋਲੀकांड ਜਿਹੜੇ ਪੁਲਿਸ ਵਾਲਿਆਂ ਨੇ ਕੀਤਾ ਉਹਨਾਂ ਨੂੰ ਸਜ਼ਾਵਾਂ ਉਦੋਂ ਵੀ ਮਿਲ ਸਕਦੀਆਂ ਜੇ ਸਰਕਾਰਾਂ ਚਾਹੁੰਦੀਆਂ, ਪਰ ਉਸ ਵਿਸ਼ੇ ਤੇ ਸਰਕਾਰਾਂ ਬਣ ਗਈਆਂ, ਸਰਕਾਰਾਂ ਹੋਂਦ ਚ ਆਈਆਂ, SITਆਂ ਬਣਾਈਆਂ, ਜਾਸੂਸ ਬਣਾਏ, ਕਿਸੇ ਨੇ ਨਿਆਂ ਦੇਣ ਦੀ ਕੋਈ ਗੱਲ ਨਹੀਂ ਕੀਤੀ। ਅੱਜ ਮਜਬੂਰਨ ਉਹ ਸਰਕਾਰ ਨੂੰ ਉਹੀ ਵਾਅਦੇ ਯਾਦ ਕਰਾਉਣ ਲਈ ਦੁਬਾਰਾ ਫਿਰ ਮੋਰਚਾ ਲਾਉਣਾ ਪਿਆ, ਜਿਹੜੇ ਵਾਅਦੇ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ। ਕਹਿੰਦੀ ਸੀਗੀ ਅਸੀਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਵਾਂਗੇ, ਸਾਡੀ ਸਰਕਾਰ ਬਣਾਓ, 2 ਮਹੀਨਿਆਂ 'ਚ ਅਸੀਂ ਜਿਹੜੇ ਆ ਦੋਸ਼ੀ ਆ ਕਟਹਿਰੇ 'ਚ ਖੜੇ ਕਰ ਦਿਆਂਗੇ। ਸੋ ਅੱਜ ਤੱਕ ਦੋਸ਼ੀ ਤਾਂ ਕੀ ਫੜਨੇ ਸੀ, ਇਹਨਾਂ ਨੇ Z+ ਦਿੱਤੀਆਂ ਉਹਨਾਂ ਨੂੰ, ਇਹਨਾਂ ਨੇ ਦੋਸ਼ੀਆਂ ਨੂੰ ਬਹਾਲ ਕੀਤਾ। ਵਿਕਰਮ SP ਜਿਹੜਾ ਬਹਿਬਲ ਦੇ ਵਿੱਚ ਨਾਮਜ਼ਦ ਸੀ, ਅੱਜ ਬਹਾਲ ਹੈ। ਦੂਸਰੇ ਪਾਸੇ ਇਹਨਾਂ ਦੇ ਰਾਜ ਦੇ ਵਿੱਚ ਦੋਸ਼ੀ ਆਪਦੀ ਬੇਲ ਐਂ ਲੈ ਜਾਂਦੇ ਆ ਬਾਈ, ਉਹ ਕਹਿੰਦੇ ਆ ਕਿ ਉਹਨੂੰ ਬੇਲ ਹਾਈ ਕੋਰਟ ਕਹਿ ਕੇ ਦਿੰਦੀ ਆ ਕਿ ਤੁਸੀਂ ਇਲੈਕਸ਼ਨ ਤੱਕ ਇਹਨੂੰ ਗ੍ਰਿਫਤਾਰ ਨਹੀਂ ਕਰ ਸਕਦੇ। ਇਲੈਕਸ਼ਨ ਭਾਵੇਂ 23 'ਚ ਹੋਣ, ਭਾਵੇਂ 24 'ਚ ਹੋਣ, ਭਾਵੇਂ 30 ਸਾਲ ਬਾਅਦ ਹੋਣ, ਉਹਨੂੰ ਤੁਸੀਂ ਗ੍ਰਿਫਤਾਰ ਨਹੀਂ ਕਰ ਸਕਦੇ। ਇਹ ਕੋਰਟ ਦਾ ਆਰਡਰ ਆ ਜਿਹੜਾ। ਸੋ ਇੱਥੋਂ ਇਹ ਪਤਾ ਲੱਗਦਾ ਕਿ ਸਰਕਾਰ ਬਿਲਕੁਲ ਇਸ ਦੇ ਲਈ ਸੁੱਤੀ ਸੀ, ਬਿਲਕੁਲ ਸੀਰੀਅਸ ਨਹੀਂ ਸੀ। ਸਰਕਾਰ ਆਪਣੀਆਂ ਕੁਰਸੀਆਂ ਤੱਕ ਸੀਮਿਤ ਰਹਿੰਦੇ। ਨੁਮਾਇੰਦੇ ਬਗਰਾੜੀ ਮੋਰਚਾ ਚੁਕਾਉਣ ਆਏ ਕੁਝ ਕੁ ਨੁਮਾਇੰਦੇ ਕਹਿੰਦੇ ਸਾਨੂੰ ਪਾਵਰ ਘੰਟਿਆਂ ਬੱਧੀ ਮਿਲ ਜੇ, ਅਸੀਂ ਹੱਲ ਕਰ ਦਿਆਂਗੇ, ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦੇ ਦਾਂਗੇ। ਰੰਧਾਵਾ ਸਾਹਿਬ ਦਾ ਬਿਆਨ ਸੀ ਮੈਨੂੰ ਘੰਟੇ ਲਈ ਪਾਵਰ ਮਿਲ ਜੇ, ਅੱਜ 3 ਮਹੀਨੇ ਲਈ ਪਾਵਰ ਆ। 3 ਮਹੀਨੇ ਹੋ ਗਏ ਕੁਰਸੀ ਦਾ ਨਿੱਘ ਮੰਨਦੇ ਨੂੰ, ਦੋ ਅਹੁਦੇ ਆ, ਡਿਪਟੀ ਸੀਐਮ ਵੀ ਅਤੇ ਗ੍ਰਹਿ ਮੰਤਰੀ ਵੀ ਆ, ਪਰ ਅੱਜ ਤੱਕ ਉਹਨਾਂ ਨੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਬੇਅਦਬੀ ਵਾਲੇ ਡੇਰੇ ਦੇ ਜਿਹੜੇ 3 ਬੰਦੇ ਭਗੌੜੇ ਆ, ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਗੋਲੀकांड ਦੇ ਵਿੱਚ ਸੈਣੀ ਦੀ ਗ੍ਰਿਫਤਾਰੀ ਨਹੀਂ ਕਰ ਸਕਿਆ ਇਹ। ਚਰਨਜੀਤ ਸ਼ਰਮੇ ਵਰਗੇ TV ਤੇ ਆ ਕੇ ਆਪਦੀਆਂ ਸਫਾਈਆਂ ਦੇਈ ਜਾਂਦੇ ਆ। ਆਹ ਉਹ ਜਗ੍ਹਾ ਜਿੱਥੇ ਗੋਲੀਆਂ ਚਲਾਈਆਂ ਸੀ, 100 ਬੰਦਾ ਬੈਠਾ ਸੀ ਬਾਈ, ਜਦੋਂ ਮੇਰੇ ਬਾਪੂ ਦੇ ਗੋਲੀਆਂ ਮਾਰੀਆਂ। ਇਹਨਾਂ ਨੇ ਹਜ਼ਾਰਾਂ ਬਣਾਤਾ ਹੈ, ਕਹਿੰਦੇ ਉੱਥੇ ਪੁਲਿਸ ਘੱਟ ਸੀ, ਬੰਦੇ ਜ਼ਿਆਦਾ ਸੀ। ਪੁਲਿਸ ਇੱਥੇ ਜ਼ਿਆਦਾ ਸੀ, ਬੰਦੇ ਥੋੜੇ ਸੀ,
ਫਿਰ ਵੀ ਇਹ ਗੋਲੀਆਂ ਮਾਰ ਕੇ ਬੰਦੇ ਮਰ ਜਾਂਦੇ ਆ ਤੇ ਅੱਜ ਤੱਕ ਇਨਸਾਫ ਨਹੀਂ ਸਾਨੂੰ ਮਿਲ ਰਿਹਾ। ਅਸੀਂ ਇਸੇ ਕਰਕੇ ਹੀ ਜਿਹੜਾ ਮੋਰਚਾ 10 ਦਿਨ ਤੋਂ ਲਗਾਤਾਰ ਪਿਛਲੇ 11 ਦਿਨਾਂ ਤੋਂ ਸ਼ੁਰੂ ਆ ਉਸੇ ਜਗ੍ਹਾ ਤੇ ਜਿੱਥੇ ਉਹਨਾਂ ਨੇ ਗੋਲੀਆਂ ਚਲਾਈਆਂ ਸੀ ਤੇ ਉਸੇ ਸਰਕਾਰ ਨੂੰ ਲਾਹਨਤਾਂ ਪੈ ਰਹੀਆਂ ਜਿਹੜੀ ਇਸ ਵਿਸ਼ੇ ਦੇ ਲਈ ਸਰਕਾਰ ਹੋਂਦ ਚਾਹੀ ਸੀ। ਬਾਈ ਜੀ ਬਾਰਿਸ਼ ਪਈ ਜਾਂਦੀ ਹੈ, ਠੰਡਾ ਮੌਸਮ ਹੈ ਤੇ ਇਸ ਮੌਸਮ ਦੇ ਵਿੱਚ ਵੀ ਆਪਾਂ ਇੱਥੇ ਡਟੇ ਹੋਏ ਆਂਗੇ, ਪਰ ਲੇਕਿਨ ਉਮੀਦ ਤਾਂ ਕੋਈ ਵੱਜ ਨਹੀਂ ਰਹੇਗੀ। ਹੋਣਾ ਕੀ ਚਾਹੀਦਾ ਹੈਗਾ, ਸਟ੍ਰੈਟਜੀ ਕੀ ਹੈ? ਕਿਉਂਕਿ ਇੱਥੇ ਨਵਜੋਤ ਸਿੰਘ ਸਿੱਧੂ ਵੀ ਆਉਂਦੇ ਨੇ, ਨਵਜੋਤ ਸਿੰਘ ਸਿੱਧੂ ਗੱਲਬਾਤ ਕਰਕੇ ਜਾਂਦੇ ਨੇ। ਕੀ ਗੱਲਬਾਤ ਕੀਤੀ ਉਹਨਾਂ ਨੇ? ਜਦੋਂ ਆਉਂਦੇ ਆ ਸਾਡੇ ਸਵਾਲ ਉਹਨਾਂ ਨੂੰ ਸੀਗੇ ਜਿਹੜੇ ਸਰਕਾਰ ਨੂੰ ਸਵਾਲ ਰੱਖਣਾ ਸਾਡਾ ਫਰਜ਼ ਹੈ। ਉਹ ਕਹਿੰਦੇ ਅਸੀਂ ਐਜ਼ ਅ ਸਿੱਖ ਆਏ ਆ, ਪਰ ਇੱਕ ਰੂਲਿੰਗ ਪਾਰਟੀ ਦੇ ਪ੍ਰਧਾਨ ਆ ਜਿਹੜੀ ਪੰਜਾਬ ਦੀ ਸੱਤਾ ਧਿਰ ਆ ਤੇ ਉਹ ਵੀ ਉਸ ਪਾਰਟੀ ਦੇ ਪ੍ਰਧਾਨ ਆ ਜਿਹੜੀ ਲੋਕਾਂ ਨੂੰ ਲਾਰੇ ਲਾ ਕੇ ਸਰਕਾਰ ਬਣਾਈ ਸੀ। ਸਾਡੇ ਸਵਾਲ ਸੀ ਉਹਨਾਂ ਦੇ ਸੀਐਮ ਚੰਨੀ ਨੂੰ, ਪ੍ਰਧਾਨ ਨੂੰ, ਜਿਹੜੇ ਸਵਾਲ ਇਹ ਸੀਗੇ ਕਿ ਡੇਰਾ ਦੋਸ਼ੀ ਆ ਸਾਡੇ ਲਈ ਅੱਜ ਵੀ ਬੇਅਦਬੀ ਕਰਨ ਵਾਲਾ। ਜੇ ਸਰਕਾਰ ਦੋਸ਼ੀ ਮੰਨਦੀ ਆ ਤਾਂ ਉਹਦੇ ਐਮਐਲਏ ਅੱਜ ਵੀ ਕਿਉਂ ਉਹਨਾਂ ਡੇਰਿਆਂ ਤੇ ਵੋਟਾਂ ਮੰਗਣ ਜਾਂਦੇ ਆ? ਸੋ ਸਰਕਾਰ ਨੂੰ ਜਿਹੜੇ ਸਵਾਲ ਕਰਨੇ ਸੀਗੇ ਉਹ ਨਵਜੋਤ ਸਿੰਘ ਸਿੱਧੂ ਦੇ ਥਰੂ ਅਸੀਂ ਕੀਤੇ ਆ ਤੇ ਉਹ ਕਹਿੰਦੇ ਆ ਵੀ ਅਸੀਂ ਤਾਂ ਸਮਰਥਨ ਦਿੰਨੇ ਆ, ਅਸੀਂ ਇਸ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਆ ਕਿ ਤੁਹਾਡੀਆਂ ਮੰਗਾਂ ਠੀਕ ਆ, ਪਰ ਸਰਕਾਰ ਮੰਨਦੀ ਕਿਉਂ ਨਹੀਂ? ਨਵਜੋਤ ਸਿੱਧੂ ਨੂੰ ਵੀ ਸਾਡਾ ਸਵਾਲ ਆ ਕਿ ਸਰਕਾਰ ਦੇ ਵਿੱਚ ਹੋ ਕੇ ਵੀ ਉਹ ਕੁਝ ਹੱਲ ਨਹੀਂ ਕਰਵਾ ਸਕਦੇ ਤਾਂ ਫਿਰ ਉਹਨਾਂ ਨੂੰ ਮੈਂ ਸਮਝਦਾ ਵੀ ਉਹ ਸਿਆਸਤ ਛੱਡ ਦੇਣੀ ਚਾਹੀਦੀ ਆ। ਜਿਹੜੀ ਪ੍ਰਧਾਨ ਦਾ ਆਪਦੀ ਪਾਰਟੀ ਦੇ ਵਿੱਚ ਹੀ ਕੋਈ ਕਹਿ ਲਗੇ ਵੀ ਕੋਈ ਅਹੁਦਾ ਹੀ ਨਹੀਂ ਰਹਿੰਦਾ, ਕੋਈ ਉਹਨਾਂ ਦਾ ਜ਼ੋਰ ਹੀ ਨਹੀਂ ਪੈਂਦਾ ਤਾਂ ਫਿਰ ਫਾਇਦਾ ਨਹੀਂ ਆ। ਇਸ ਪੂਰੀ ਘਟਨਾ ਦੇ ਵਿੱਚ ਜੋ ਇੱਥੇ ਘਟਨਾ ਨੂੰ ਦੇਖ ਰਹੇ, ਜਿਹੜਾ ਉਹ ਇੱਥੇ ਕੇਸ ਵੇਖ ਰਹੇ ਨੇ, ਉਹ ਵਕੀਲ ਮੇਰੇ ਨਾਲ ਮੌਜੂਦ ਨੇ, ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ। ਖਾਰਾ ਸਾਹਿਬ, ਕੀ ਲੱਗਦਾਗਾ ਲੰਬਾ ਟਾਈਮ ਬੀਤ ਗਿਆਗਾ, ਤੁਸੀਂ ਜਿੱਦਾਂ ਸਾਰੇ ਇਹ ਪੈਰਵਾਈ ਕੀਤੀ ਇਸ ਕੇਸ ਦੀ ਵਿੱਚ, ਕੀ ਕੁਝ ਨਿਕਲ ਕੇ ਹੁਣ ਤੱਕ ਆਇਆ? ਦੇਖੋ ਗੱਲ ਇਸ ਤਰ੍ਹਾਂ ਹੈ, ਉਸ ਕੇਸ ਦੇ ਪ੍ਰਤੀ ਦੇਖਿਆ ਜਾਵੇ ਤਾਂ ਸ਼ਰੇਆਮ ਪਤਾ ਸੀ ਗੋਲੀ ਚਲਾਉਣ ਵਾਲਾ ਕੌਣ ਹੈ ਤੇ ਚਲਵਾਈ ਕਿੰਨੇ। ਹੁਣ ਸਰਕਾਰ ਹੀ ਇਸ ਤਰ੍ਹਾਂ ਕਰ ਰਹੀ ਹੈ। ਪਿਛਲੇ 5 ਸਾਲ ਤੋਂ ਲਗਾਤਾਰ ਬੱਚੇ ਪੰਜਾਬ ਦੇ ਨੂੰ ਪਤਾ ਹੈ ਕਿ ਗੋਲੀ ਕਿਹਦੇ ਹੁਕਮ ਤੇ ਹੋਈ ਹੈ। ਸਮੇਤ ਸਿੰਘ ਸੈਣੀ ਨੇ ਖੁਦ ਇੱਕ ਅਖਬਾਰ ਦੇ ਵਿੱਚ ਕਿਹਾ ਸੀ ਕਿ ਮੈਂ ਗੋਲੀ ਜਿਹੜੀ ਹੈ ਸੀਐਮ ਦੇ ਕਹਿਣ ਤੇ ਚਲਾਈ ਹੈ, ਤੇ ਫਿਰ ਤਾਂ ਬੜਾ ਕਲੀਅਰ ਆ ਚੁੱਕਾ ਹੈ। ਇਨਵੈਸਟੀਗੇਸ਼ਨ ਦੇ ਵਿੱਚ ਵੀ ਆ ਰਿਹਾ ਕਿ ਸੀਐਮ ਹਾਊਸ 'ਚੋਂ ਗੋਲੀ ਚੱਲੀ ਸੀਐਮ ਹਾਊਸ ਦੇ ਵਿੱਚੋਂ ਮੋਬਾਈਲ ਆਇਆ ਸੀ। ਸੋ ਸਾਰੀ ਜਿਹੜੀ ਮੇਰੇ ਦੇਖਣ 'ਚ ਜਿਹੜੀ ਇਨਵੈਸਟੀਗੇਸ਼ਨ ਉਹ ਕੰਪਲੀਟ ਹੈ। ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਚਲਾਨ ਪੇਸ਼ ਕਰਨਾ ਹੈ, ਪਰ ਜਿਹੜੀ ਸਰਕਾਰ ਹੈ ਉਹ ਚਲਾਨ ਪੇਸ਼ ਨਹੀਂ ਕਰਨ ਦੇ। ਸਰਕਾਰਾਂ ਰਲੀਆਂ ਹੋਈਆਂ ਨੇ, ਸੌਦੇ ਇਹਨਾਂ ਦੇ ਹੋਏ ਨੇ। ਸੋ ਮੇਰੇ ਦੇਖਣ 'ਚ ਠੀਕ ਹੈ, ਬਾਪ ਬੇਟਾ ਇੱਥੇ ਬੈਠੇ ਨੇ, ਚਲੋ ਠੀਕ ਹੈ, ਲੋਕ ਇਹਨਾਂ ਦੇ ਨਾਲ ਨੇ। ਤੇ ਮੈਂ ਤਾਂ ਕਹਿੰਦਾ ਕਿ ਵਰਲਡ ਦੇ ਵਿੱਚ ਜਿਹਨੇ ਸਾਡੇ ਪੰਜਾਬ ਦੇ ਲੋਕ ਨੇ ਜਾਂ ਸਾਡੀ ਸਿੱਖ ਕੌਮ ਦੇ ਲੋਕ ਨੇ, ਇਹਨਾਂ ਦਾ ਸਾਥ ਦੇਣਾ ਚਾਹੀਦਾ ਕਿ ਯਾਰ ਉਹ ਜਸਟਿਸ ਕੱਲਾ ਇਹਨਾਂ ਦੇ ਪਰਿਵਾਰ ਲਈ ਨਹੀਂ, ਇੱਕ ਕੌਮ ਦੇ ਲਈ ਵੀ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪੰਜਾਬ 'ਚ ਬੇਅਦਬੀ ਹੁੰਦੀ, 2 ਬੰਦਿਆਂ ਦੀ ਮਰਡਰ ਹੁੰਦਾ ਇੱਥੇ, ਉਹ ਮਰਡਰ ਇਹਨਾਂ ਦੇ ਪਰਿਵਾਰ ਦਾ ਹੈ। ਹੋਰ ਲੋਕੀ ਤਾਂ ਅੱਗੇ ਉਦੋਂ ਪਿੱਛੇ ਮੁੜ ਗਏ, ਪਰ ਮੇਰੇ ਦੇਖਣ 'ਚ ਐਡੀ ਵੱਡੀ ਸ਼ਹਾਦਤ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਜਿਹੜਾ ਸਾਥ ਦੇਣਾ ਚਾਹੀਦਾ ਹੈ। ਉਹਦਾ ਮਤਲਬ ਇਹ ਨਿਕਲਦਾ ਕਿ ਅਸੀਂ ਕਿਸ ਤਰੀਕੇ ਨਾਲ ਸਰਕਾਰ ਤੇ ਪ੍ਰੈਸ਼ਰ ਪਵੇ, ਸਰਕਾਰ ਨੂੰ ਸਮਝ ਆ ਜਾਏ, ਚਾਹੇ ਕਤਲ ਕਰਨ ਵਾਲਾ ਕਾਂਸਟੇਬਲ ਹੈ, ਚਾਹੇ ਉਹ ਮੁੱਖ ਮੰਤਰੀ ਹੈ, ਇਕੁਅਲ ਉਹਨਾਂ ਦਾ ਸਟੇਟਸ ਹੈ। ਜੇ ਮੁਲਜ਼ਮ ਹੈ, ਚਾਹੇ ਉਹ ਵੱਡਾ ਚਾਹੇ ਛੋਟਾ ਹੈ, ਉਹ ਮੁਲਜ਼ਮ ਸਾਰੇ ਹੀ ਨੇ। ਸੋ ਮੇਰੇ ਦੇਖਣ ਤਾਂ ਕਾਂਗਰਸ ਹੈ ਜਿਹੜੇ ਉਹ ਅਕਾਲੀਆਂ ਨੂੰ ਬਚਾਉਣਾ ਚਾਹੁੰਦੀ ਹੈ। ਦੇਖੋ, ਤੁਸੀਂ ਕਹਿੰਦੇ ਹੋ ਕਿ ਵੀ ਸਰਕਾਰਾਂ ਜਿਹੜੀਆਂ ਨੇ ਉਹ ਇਨਸਾਫ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਪੈਰ ਪੱਟ ਰਹੀਆਂ ਨੇ, ਪਰ ਜੇ ਇਨਸਾਫ ਦੀ ਉਮੀਦ ਨਹੀਂ ਤੁਹਾਨੂੰ ਜਾਪਦੀ, ਜੇਕਰ ਆਪਣੇ ਇਸ ਬੇਅਦਬੀ ਦੀ ਘਟਨਾ ਨੂੰ ਰੋਕਣ ਦੇ ਲਈ ਜੇ ਸਿੱਧੇ ਤਰੀਕੇ ਦੇ ਨਾਲ ਆਪਣੇ ਕਾਨੂੰਨ ਹੱਥਾਂ ਦੇ ਵਿੱਚ ਲੈਂਦੇ ਆ ਤਾਂ ਫਿਰ ਉਹ ਦੋਸ਼ੀ ਦੱਸਦੇ ਨੇਗੇ। ਫਿਰ ਹੋਣਾ ਕੀ ਚਾਹੀਦਾਗਾ? ਜਿੱਦਾਂ ਮੈਂ ਦਰਬਾਰ ਸਾਹਿਬ ਦੀ ਗੱਲ ਕਰ ਲਵਾਂ ਤਾਂ ਉੱਥੇ ਵੀ ਬੇਅਦਬੀ ਹੋਈ ਸੀਗੀ, ਉੱਥੇ ਵੀ ਇਦਾਂ ਦਾ ਕੁਝ ਵਾਪਰਿਆਗਾ, ਪਰ ਲੇਕਿਨ ਜੇਕਰ ਉਸ ਨੂੰ ਸੋਧਾ ਲਾਇਆਗਾ ਤਾਂ ਫਿਰ ਉਸ ਤੋਂ ਬਾਅਦ ਫਿਰ ਦੋਸ਼ੀ ਕਰਾਰ ਦਿੱਤਾ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਕਿ ਵੀ ਇਹ ਨਹੀਂ ਹੋਣਾ ਚਾਹੀਦਾ ਸੀ। ਫਿਰ ਹੋਵੇ ਕਿੱਦਾਂ? ਨਹੀਂ, ਦੇਖੋ ਹੋਰ ਮੇਰੀ ਗੱਲ ਸੁਣੋ, ਤੁਹਾਡੇ ਕੋਈ ਘਰੇ ਹਮਲਾ ਕਰ ਦਿੰਦਾ ਹੈ, ਤੁਹਾਡੇ ਬਾਪ ਤੇ ਆ ਕੇ ਕੋਈ ਅਟੈਕ ਕਰਦਾ ਤਾਂ ਕੀ ਕਰੋਗੇ? ਹੁਣ ਉਹਨੂੰ ਪਹਿਲਾਂ ਦੀ ਬਾਹ ਫੜੋਗੇ? ਸੋ ਮੇਰੇ ਕਹਿਣ ਦਾ ਮਤਲਬ ਤੁਹਾਡੇ ਪਰਿਵਾਰ ਤੇ ਹਮਲਾ, ਤੁਹਾਡੀ ਫੈਮਿਲੀ ਤੇ ਹਮਲਾ ਹੋ ਗਿਆ ਤਾਂ ਤੁਸੀਂ ਨੈਚੁਰਲ ਹੈ, ਉਦੋਂ ਬੰਦਾ ਇਹੋ ਜਿਹੀ ਘਟਨਾ ਕਰ ਲੈਂਦਾ ਹੈ ਤੇ ਹੋ ਵੀ ਜਾਂਦੀਆਂ ਨੇ ਰੂਟੀਨ ਮੈਟਰ 'ਚ। ਆਮ ਆਪਾਂ ਕਤਲਾਂ ਦੇ ਗੁਰੂ ਗ੍ਰੰਥ ਸਾਹਿਬ ਤਾਂ ਬਹੁਤ ਵੱਡੀ ਚੀਜ਼ ਹੈ। ਇਹਦੇ ਲਈ ਸਿੱਖਾਂ ਦਾ ਤਾਂ ਇੱਕ ਮੈਂ ਕਹੂੰਗਾ ਜੇ ਸਾਰਾ ਕੁਝ ਤਾਂ ਗੁਰੂ ਗ੍ਰੰਥ ਸਾਹਿਬ ਹੈ, ਵੈਸੇ ਤਾਂ ਸਾਰੀ ਦੁਨੀਆ ਦਾ ਹੀ ਹੈ, ਇਕੱਲੇ ਸਿੱਖਾਂ ਦਾ ਨਹੀਂ। ਪਰ ਸਿੱਖਾਂ ਦਾ ਮੈਂ ਇਹਨਾਂ ਦੇਖਿਆ ਹੈ ਕਿ ਪਿਛਲੇ 75 ਸਾਲ ਦੇ ਵਿੱਚ ਇਕੱਲਾ ਸਿੱਖ ਹੀ ਲੜ ਰਿਹਾ, ਹੋਰ ਕੌਮ ਨਾਲ ਸਾਥ ਜ਼ਰੂਰ ਦਿੰਦੀ ਹੈ, ਕਹਿੰਦੇ ਅਸੀਂ ਨਾਲ ਆ ਪਰ ਨਾਲ ਖੜੇ ਨਹੀਂ ਆ ਕੇ। ਮੇਰੇ ਦੇਖਣ 'ਚ 11 ਦਿਨ ਹੋ ਗਏ ਨੇ, ਕਿੰਨੇ ਕੁ ਬੰਦੇ ਇੱਥੇ ਨਾਲ ਆ ਗਏ ਨੇ। ਸੋ ਗੱਲਾਂ ਕਹਿਣੀਆਂ ਤੇ ਕਰਨੀ ਦਾ ਬੜਾ ਫਰਕ ਹੈ। ਸਾਡਾ ਪ੍ਰਧਾਨ ਮੰਤਰੀ ਰੋਜ਼ ਬੋਲਦਾ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਨੇ, ਮੈਂ ਬੜੀ ਰਿਸਪੈਕਟ ਕਰਦਾ। ਰਿਸਪੈਕਟ ਕੀ ਕਰਦੇ? ਜੇ ਰਿਸਪੈਕਟ ਕਰਦੇ ਹੁੰਦੇ ਤਾਂ ਤੁਸੀਂ ਇਹਦੀ ਸੋਧ ਕਰਕੇ ਇਹ 'ਚ ਸਜ਼ਾਏ ਮੌਤ ਦਾ ਕਰੋ, ਅਮੈਂਡਮੈਂਟ ਕਰੋ ਜਿਵੇਂ ਪਾਕਿਸਤਾਨ ਦੇ ਵਿੱਚ ਕੀਤੀ ਹੋਈ ਹੈ। ਸੋ ਜੇ ਅੱਜ ਤੁਸੀਂ ਇਹਨੂੰ ਫਾਂਸੀ ਦੀ ਸਜ਼ਾ ਕਰਦੇ ਹੋ ਤੇ ਆਹ ਮੈਟਰ ਤਾਂ ਆਉਣਾ ਹੀ ਨਹੀਂ।
ਕਿਸੇ ਦੇ ਪਰਿਵਾਰ ਦਾ ਜੀ ਜਾਣਾ ਹੀ ਨਹੀਂ। ਕਾਰਨ ਕੀ ਹੋਇਆ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ, ਜਿੱਥੇ ਇਹਨਾਂ ਦੇ ਪਰਿਵਾਰ ਨੂੰ ਅੱਗੇ ਆਉਣਾ ਪੈਂਦਾ ਹੈ। ਜਦੋਂ ਇਹਨਾਂ ਦਾ ਪਰਿਵਾਰ ਅੱਗੇ ਆਉਂਦਾ ਗੋਲੀ ਚੱਲਦੀ ਹੈ। ਸੋ ਦੇਖੋ ਅੱਜ ਇਹ ਦੇਖੋ ਬੜੀ ਇੱਕ ਮਜ਼ਾਕ ਵਾਲੀ ਗੱਲ ਹੈ ਕਿ ਜਿਨ੍ਹਾਂ ਦਾ ਮਰਦਾ ਹੈ ਉਹ ਸੜਕਾਂ 'ਤੇ ਬੈਠੇ ਨੇ, ਮਾਰਨ ਵਾਲੇ ਇੰਜੋਏ ਕਰ ਰਹੇ ਨੇ। ਦੱਸੋ ਕਾਹਦੀ ਤੁਹਾਡੀ ਡੈਮੋਕ੍ਰੇਸੀ ਹੈ ਯਾਰ? ਕਾਹਦਾ ਤੁਸੀਂ ਰੌਲਾ ਪਾਇਆ ਹੋਇਆ ਕਿ ਅਸੀਂ ਇਨਸਾਫ ਦੇ ਰਹੇ ਹਾਂ, ਅਸੀਂ ਇਹ ਕਰ ਰਹੇ ਹਾਂ, ਉਹ ਕਰ ਰਹੇ ਹਾਂ? ਸਾਰਾ ਇੱਕ ਮਜ਼ਾਕ ਹੈ, ਮਜ਼ਾਕ ਤੋਂ ਸਿਵਾ ਕੁਛ ਚੋਣਾਂ ਨਜ਼ਦੀਕ ਨੇ 2022 ਦੀਆਂ, ਤੇ ਚੋਣਾਂ ਤੋਂ ਪਹਿਲਾਂ ਇੱਕ ਆ ਜਿਹੜੀ ਲੁਧਿਆਣਾ ਕੋਰਟ ਦੇ ਵਿੱਚ ਬੰਬ ਧਮਾਕਾ ਹੋਇਆ ਹੈਗਾ, ਇਸ ਤੋਂ ਠੀਕ 2017 ਦੇ ਵਿੱਚ ਜਦੋਂ ਚੋਣ ਜ਼ਾਬਤਾ ਲੱਗਣਾ ਸੀ 2017 ਦੀਆਂ ਚੋਣਾਂ ਤੋਂ ਪਹਿਲਾਂ, ਤਾਂ ਮੋੜ ਮੰਡੀ ਦੇ ਵਿੱਚ ਵੀ ਇੱਕ ਬੰਬ ਬਲਾਸਟ ਹੋਇਆ ਸੀਗਾ। ਉਸ ਦੇ ਵਿੱਚ ਡੇਰੇ ਜਿਹੜੇ ਰਾਮ ਰਹੀਮ ਦੇ ਸਮਰਥਕਾਂ ਦਾ ਜਿਹੜਾ ਨਾਮ ਸਾਹਮਣੇ ਆਇਆ ਸੀਗਾ। ਤੇ ਇਸ ਨੂੰ ਕਿਸ ਤਰੀਕੇ ਨਾਲ ਵੇਖਿਆ ਜਾਵੇ? ਜਦੋਂ ਚੋਣਾਂ ਆਉਂਦੀਆਂ ਨੇ ਧਮਾਕੇ ਉਦੋਂ ਹੋਣੇ ਸ਼ੁਰੂ ਹੋ ਜਾਂਦੇ। ਦੇਖੋ ਪੰਜਾਬ ਦੇ ਅੰਦਰ ਬੇਅਦਬੀ ਬਲਾਸਟ ਇਹ ਪਿਛਲੀਆਂ ਕਾਫੀ ਚਿਰ ਤੋਂ ਇਹੀ ਕੰਮ ਹੋ ਰਿਹਾ ਹੈ। ਇਹਦੇ ਮਗਰ ਸਾਨੂੰ ਪਤਾ ਵੀ ਲੱਗ ਜਾਂਦਾ ਕਿ ਲੀਡਰਾਂ ਦੇ ਹੱਥ ਨੇ ਜਾਂ ਕਿਹਨਾਂ ਦੇ ਹੱਥ ਨੇ। ਸੋ ਬਦਨਾਮੀ ਜਿਹੜੀ ਆ ਉਹ ਐਕਚੁਅਲੀ ਤਾਂ ਕਰਨਾ ਚਾਹੁੰਦੇ ਸੀ, ਫਿਰ ਉਹ ਸਿੱਖਾਂ ਤੇ ਨੈਸ਼ਨਲ ਮੀਡੀਆ ਤਾਂ ਲਿਆਉਣਾ ਚਾਹੁੰਦਾ ਸੀ। ਉਹਦਾ ਕਿਸਮਤ ਹੀ ਚੰਗੀ ਹੈ ਕਿ ਉਹ ਬੰਦਾ ਪੁਲਿਸ ਦਾ ਨਿਕਲਿਆ, ਤੇ ਨਹੀਂ ਤਾਂ ਉਹ ਤਾਂ ਗੱਲ ਤਾਂ ਆ ਗਈ ਸੀ ਸਿੱਖਾਂ ਤੇ। ਇਹਨਾਂ ਨੇ ਕਹਿ ਦੇਣਾ ਸੀ ਕਿ ਬਾਹਰਲੇ ਜਿਹੜੇ ਸਿੱਖ ਨੇ ਉਹ ਖਾਲਿਸਤਾਨੀ ਨੇ, ਉਹਨਾਂ ਨੇ ਬਲਾਸਟ ਕੀਤਾ। ਸੋ 2017 'ਚ ਵੀ ਜਿਸ ਦਿਨ ਪਹਿਲੇ ਦਿਨ ਉੱਥੇ 2017 'ਚ ਬਲਾਸਟ ਹੋਇਆ ਹੈ, ਤਾਂ ਇੱਕ ਮੁੰਡਾ ਗੁਰਸਿੱਖ ਮੁੰਡਾ ਸੀ ਮੌੜ ਦਾ, ਤਾਂ ਉਸ ਗੁਰਸਿੱਖ ਮੁੰਡੇ ਨੂੰ ਉਦੋਂ ਵਿੱਚ ਇਨਵੋਲਵਮੈਂਟ ਕੀਤੀ ਗਈ ਸੀ ਕਿ ਇਹ ਤਾਂ ਜਿਹੜਾ ਬਲਾਸਟ ਹੈ ਉਹ ਇੱਕ ਖਾਲਿਸਤਾਨੀ ਮੁੰਡੇ ਨੇ ਚਲਾਇਆ 2017 'ਚ। ਤਾਂ ਉਦੋਂ ਮੇਰੇ ਕੋਲ ਆਇਆ, ਅਸੀਂ ਮੀਡੀਆ ਦੀ ਹੈਲਪ ਲਈ। ਤਾਂ ਫਿਰ ਦੇਖੋ ਜੇ ਉਹ ਮੁੰਡਾ ਉਸ ਦਿਨ ਫੜਿਆ ਜਾਂਦਾ ਤਾਂ ਸਰਦਾਰ ਸਾਹਿਬ ਅੱਜ ਫਾਂਸੀ ਹੋਣੀ ਸੀ ਉਸ ਬੰਦੇ ਨੂੰ। ਤੇ 5 ਸਾਲ ਦੇ ਬਾਅਦ ਕੀ ਨਿਕਲਿਆ ਹੈ? ਜਿਹੜਾ ਮੌੜ ਬਲਾਸਟ ਆ ਉਹ ਡੇਰੇ ਨੇ ਕਰਾਇਆ ਸੀ। ਸੋ ਇਹਨਾਂ ਨੂੰ ਕੋਈ ਵੀ ਬੰਦਾ ਜਦੋਂ ਨਾ ਮਿਲੇ ਉਦੋਂ ਇਹਨਾਂ ਨੇ ਕਹਿਣਾ ਨਾ ਸਿੱਖਾਂ ਨੇ ਚਲਾਇਆ, ਖਾਲਿਸਤਾਨੀਆਂ ਨੇ ਚਲਾਇਆ। ਆਹ ਤਾਂ ਹੀ ਨਾ। ਸੁਖਰਾਜ, ਪਰਿਵਾਰ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ? ਕਿਉਂਕਿ ਜਦੋਂ ਤੁਹਾਡੇ ਪਰਿਵਾਰ ਦੇ ਵਿੱਚ ਜਦੋਂ ਤੁਹਾਡੇ ਪਿਤਾ ਜੀ ਸੀਗੇ ਤੇ ਉਹ ਆਉਂਦੇ ਸੀਗੇ, ਕਦੇ ਉਹਨਾਂ ਦੀਆਂ ਗੱਲਾਂ ਨੂੰ ਜ਼ਿਕਰ ਨੂੰ ਯਾਦ ਕੀਤਾ ਜਾਂਦਾ ਗਾ, ਕਿਉਂਕਿ ਮੁੜ ਤੋਂ ਫਿਰ ਦੁਬਾਰਾ ਉਹਨਾਂ ਨੂੰ ਅੱਜ ਪੂਰੇ ਤਰੀਕੇ ਦੇ ਨਾਲ ਯਾਦ ਕੀਤਾ ਜਾ ਰਿਹਾ, ਮੁੜ ਤੋਂ ਫਿਰ ਯਾਦਾਂ ਤਾਜ਼ੀਆਂ ਹੋ ਗਈਆਂ ਨੇ, ਹਰ ਕੋਈ ਆ ਕੇ ਉਹਨਾਂ ਨੂੰ ਯਾਦ ਕਰ ਰਿਹਾ ਹੈਗਾ। ਕਿੱਦਾਂ ਦਾ ਮਹਿਸੂਸ ਹੁੰਦਾ ਗਾ? ਬਈ ਦੇਖੋ, ਇੱਕ ਵਾਰੀ ਬੰਦਾ ਘਰੋਂ ਚੱਲ ਜੇ, ਇੱਕ ਵਾਰ ਬੰਦੇ ਦੀ ਮੌਤ ਹੋ ਜੇ ਤਾਂ ਭੁੱਲ ਤਾਂ ਆਪਣੇ ਤੋਂ ਨਹੀਂ ਹੁੰਦਾ ਕਿ ਆਪਾਂ ਸਾਲ ਬਾਅਦ ਭੋਗ ਪਾਈਏ ਘਰੇ, ਸਾਲ ਬਾਅਦ ਕਿਤੇ ਨਾ ਕਿਤੇ ਯਾਦ ਕਰਦੇ ਹਾਂ। ਪਰ ਮੇਰੇ 6 ਸਾਲ ਇਸ ਕਹਿਣ 'ਚ ਗੁਜ਼ਰੇ ਆ ਕਿ ਮੈਂ ਨਿੱਤ ਕੋਰਟਾਂ ਦੇ ਵਿੱਚ, ਨਿੱਤ ਕਚਹਿਰੀਆਂ ਦੇ ਵਿੱਚ, ਨਿੱਤ ਇਹਨਾਂ ਸਿਆਸੀ ਰਾਜਨੀਤਿਕ ਲੋਕਾਂ ਦੀਆਂ ਰੈਲੀਆਂ ਦੇ ਵਿੱਚ ਆਪਦੇ ਪਿਓ ਨੂੰ ਮਰਦਾ ਵੇਖਦਾ। ਕਿਉਂਕਿ ਵੋਟਾਂ ਮੰਗਦੇ ਆ, ਉਹਨਾਂ ਦੀ ਸ਼ਹੀਦੀ ਦੇ ਨਾਂ ਤੇ ਵੋਟਾਂ ਮੰਗਦੇ ਆ, ਬੇਅਦਬੀ ਦੇ ਨਾਂ ਤੇ ਗੁਰੂ ਦੀ ਦੇ ਵੋਟਾਂ ਮੰਗਦੇ ਆ, ਉਹ ਰਾਜਨੀਤਿਕ ਰੈਲੀਆਂ ਦੇ ਵਿੱਚ ਬੋਲਦੇ ਆ। ਤੇ ਕੋਰਟਾਂ ਦੇ ਵਿੱਚ ਜਦੋਂ ਕੇਸ ਚੱਲਦਾ ਹੱਥ ਪੱਲੇ ਕੁਝ ਨਹੀਂ ਹੁੰਦਾ, ਦੋਸ਼ੀ ਬਾਹਰ ਹੁੰਦਾ, ਪਰ ਕਿਤੇ ਨਾ ਕਿਤੇ ਜਦੋਂ ਨਾਂ ਲਿਆ ਜਾਂਦਾ ਉਦੋਂ ਕਾਲਜ 'ਚੋਂ ਧੂਤ ਨਿਕਲਦੀ ਆ ਬਾਈ। ਉਦੋਂ ਮਹਿਸੂਸ ਤਾਂ ਹੁੰਦਾ ਬਈ ਆ। ਗੁੱਸਾ ਕਿੰਨਾ ਕੁ ਚੜਦਾ ਜਦੋਂ ਸਿਆਸੀ ਲੀਡਰ ਆ ਕੇ ਇੱਥੇ ਜਦੋਂ ਦੁੱਖ ਦੀ ਰਗਾਂ ਨੂੰ ਦੱਬਦੇ ਨੇ? ਬਾਈ ਬਾਪ ਦਾ ਕਤਲ ਕਰਨ ਵਾਲਾ ਬੰਦਾ ਸਾਹਮਣੇ ਖੜਾ ਵੇਖਿਆ ਹੋਵੇ ਤਾਂ ਫਿਰ ਵੀ ਇਹਨਾਂ ਕਾਨੂੰਨ ਤੇ ਅੰਨੇ ਕਾਨੂੰਨ ਤੇ ਯਕੀਨ ਕੀਤਾ ਹੋਵੇ ਵੀ ਇਸ ਕਾਨੂੰਨੀ ਦਾਇਰੇ ਦੇ ਵਿੱਚੋਂ ਸਾਨੂੰ ਇਨਸਾਫ ਮਿਲੂਗਾ, ਉਹ ਸਾਹਮਣੇ ਖੜਾ ਪੇਸ਼ੀਆਂ ਭੁਗਤਣ ਆਉਂਦੇ ਵੇਖੇ ਹੋਣ ਤਾਂ ਸਮਝ ਸਕਦੇ ਹੋ ਵੀ ਗੁੱਸਾ ਤਾਂ ਇਹ ਹੁੰਦਾ ਵੀ ਇਹਨੂੰ ਵੀ ਮਾਰ ਦਈਏ। ਪਰ ਇਹਨਾਂ ਨੇ ਮੇਰੇ ਤੇ ਉਦੋਂ ਵੱਧ ਜਿਹੜੇ ਕੇਸ ਪਾ ਦੇਣੇ ਆ। ਲਾਅ ਐਂਡ ਆਰਡਰ ਇਹਨਾਂ ਦਾ ਉਦੋਂ ਉੱਠ ਖੜਨਾ, ਉਦੋਂ ਇਹਨਾਂ ਨੇ ਕਹਿਣਾ ਵੀ ਸਾਡਾ ਲਾਅ ਆ ਜਿਹੜਾ ਸਾਡੇ ਕੋਰਟ ਦੇ ਵਿੱਚ ਐ ਹੋ ਗਿਆ, ਸਾਡੇ ਇਹਨਾਂ ਨੇ ਐ ਕਰਤਾ, ਉਦੋਂ ਤੋਂ ਵਹਿੰਦੇ ਕੇਸ ਖੁੱਲ੍ਹ ਜਾਣੇ ਆ। ਪਰ ਅੱਜ ਇੱਥੇ 150 ਬੰਦਾ ਗਵਾਹ ਵੀ ਆ, ਉਹਦੇ ਤੇ ਕੋਈ ਕੇਸ ਨਹੀਂ ਚੱਲ ਰਿਹਾ, ਉਹਨਾਂ ਦੇ ਲਈ ਕੋਈ ਗਵਾਹਾਂ ਦੀ ਸੁਣਵਾਈ ਨਹੀਂ ਆ। ਬਹਿਬਲ ਕਲਾਂ ਕੋਰਟ ਦਾ ਕੇਸ ਕੋਰਟ ਦੇ ਵਿੱਚ ਇੱਥੇ ਪਿਆ ਕਿ ਅੱਜ ਚਾਰਜਸ ਲੱਗ ਗਏ ਨੇ, ਕੱਲ੍ਹ ਤੋਂ ਗਵਾਹੀਆਂ ਸ਼ੁਰੂ ਹੋ ਜਾਣ। ਮੈਂ ਸਮਝਦਾ ਵੀ ਦੋਸ਼ੀਆਂ ਨੂੰ ਸਜ਼ਾਵਾਂ ਹੋ ਜਾਣਗੀਆਂ, ਪਰ ਸਰਕਾਰਾਂ ਕਰਨਾ ਨਹੀਂ ਚਾਹੁੰਦੀਆਂ। ਸਰਕਾਰਾਂ ਦਾ ਪੱਖ ਹੀ ਨਹੀਂ ਰਿਹਾ ਏ। ਸਰਕਾਰਾਂ ਚਾਹੁੰਦੀਆਂ ਨਹੀਂ ਆ, ਸਰਕਾਰਾਂ ਵੋਟਾਂ ਦੇ ਲਈ ਬਣ ਜਾਂਦੀਆਂ, ਵੋਟਾਂ ਦੇ ਲਈ ਕਹਿ ਦਿੰਦੇ ਬੇਅਦਬੀ ਹੋਈ ਆ, ਵੋਟਾਂ ਦੇ ਲਈ ਕਹਿ ਦਿੰਦੇ ਆ ਵੀ ਬੇਅਦਬੀ ਦੇ ਨਾਲ 2 ਸਿੰਘ ਸ਼ਹੀਦ ਹੋਏ ਆ, ਬਹੁਤ ਮਾੜਾ ਹੋਇਆ, ਸਾਨੂੰ ਪਤਾ, ਅਸੀਂ ਕਰ ਰਹੇ ਆ। ਸੋ ਕਰ ਕੋਲ ਕੁਛ ਨਹੀਂ ਰਹੇ। ਅੱਛਾ, ਬਰਗਾੜੀ ਮੋਰਚਾ ਜਿਹੜਾ ਸੀਗਾ ਉਹ ਸਮੇਂ ਤੋਂ ਪਹਿਲਾਂ ਚੁੱਕ ਲਿਆ ਜਾਂਦਾਗਾ। ਸਿਆਸੀ ਲੀਡਰ ਉਸ ਮੌਕੇ ਤੇ ਆਉਂਦੇ ਨੇ ਤੇ ਆਸਵਾਸ਼ਨ ਭਰੋਸਾ ਦੇ ਕੇ ਜਾ ਵੜਦੇ ਨੇ ਕਿ ਅਸੀਂ ਇਨਸਾਫ ਦਿਵਾਵਾਂਗੇ। ਕੀ ਲੱਗਦਾਗਾ ਤੁਹਾਨੂੰ ਉਸ ਸਮੇਂ ਦੀ ਵੱਡੀ ਗਲਤੀ ਸੀਗੀ ਕਿ ਜਿਹੜਾ ਉੱਥੇ ਬਰਗਾੜੀ ਮੋਰਚਾ ਚੱਕਿਆ ਜੇ? ਉਸ ਟਾਈਮ ਦੇ ਆਗੂਆਂ ਦੀ ਗਲਤੀ ਕਹਿ ਸਕਦੇ ਹਾਂ, ਡਿਕਟੇਟਰਸ਼ਿਪ ਦੀ ਗਲਤੀ ਸੀ ਕਿ ਸਰਕਾਰਾਂ ਤੇ ਯਕੀਨ ਕੀਤਾ ਨਹੀਂ ਕਰਨਾ ਚਾਹੀਦਾ ਸੀ। ਕਿਉਂਕਿ ਜਦੋਂ ਸਰਕਾਰ ਹੀ ਉਸ ਚੀਜ਼ ਨੂੰ ਲੈ ਕੇ ਬਣੀ ਸੀ 2017 ਦੇ ਵਿੱਚ, ਤੇ 2018 ਦੇ ਵਿੱਚ ਜਦੋਂ ਮੋਰਚਾ ਚੁਕਾਉਣ ਆਉਂਦੇ ਆ ਤਾਂ ਫਿਰ ਤੁਹਾਨੂੰ ਉਹ ਯਕੀਨ ਨਹੀਂ ਕਰਨਾ ਚਾਹੀਦਾ ਸੀਗਾ। ਕਿਉਂਕਿ ਤੁਸੀਂ ਸਾਲ ਕਾਰਜਕਾਲ ਦੇਖ ਲਿਆ ਸੀ ਸਰਕਾਰ ਦਾ, ਤੇ ਉਸ ਤੋਂ ਬਾਅਦ ਹੀ ਮੋਰਚਾ ਲੱਗਦਾ। ਉਹ ਮੋਰਚਾ ਚੁਕਾਉਣ ਵੀ ਉਸ ਤੋਂ ਬਾਅਦ ਹੁੰਦੇ ਆ। ਸੋ ਉਹਨਾਂ ਦੇ ਬਕਾਵੇ 'ਚ ਆ ਕੇ, ਪਰ ਜਿਹੜੇ ਲੀਡਰ ਉਸ ਟਾਈਮ ਕਹਿੰਦੇ ਸੀ ਅਸੀਂ ਸੱਤਾ 'ਚ ਆ ਜਾਈਏ, ਸਾਨੂੰ ਘੰਟਿਆਂ ਦੀ ਪਾਵਰ ਮਿਲ ਜੇ ਤਾਂ ਅਸੀਂ ਕਰ ਦਿਆਂਗੇ, ਕੈਪਟਨ ਅਮਰਿੰਦਰ ਸਿੰਘ ਨਹੀਂ ਕਰ ਰਿਹਾ ਕੁਛ। ਅੱਜ ਉਹ ਬੰਦੇ 3-3 ਮਹੀਨੇ ਦੀਆਂ ਪਾਵਰਾਂ ਮਾਰ ਰਹੇ ਆ, ਗ੍ਰਹਿ ਮੰਤਰੀ ਵੀ ਆ ਤੇ ਉਹਨਾਂ ਕੋਲੇ ਡਿਪਟੀ ਸੀਐਮ ਦਾ ਵੀ ਅਹੁਦਾ।
ਤਾਂ ਮੈਂ ਸਮਝਦਾ ਕਿ ਉਹਨਾਂ ਨੇ ਬਿਆਨ ਤੱਕ ਲਾਉਣਾ ਵੀ ਠੀਕ ਨਹੀਂ ਸਮਝਿਆ ਵੀ ਬੇਅਦਬੀ ਹੋਈ ਆ, ਉਹਨਾਂ ਨੂੰ ਤਾਂ ਇਹ ਬਿਆਨ ਵੀ ਲਾਉਣਾ ਠੀਕ ਨਹੀਂ ਸਮਝਿਆ। ਸਮੇਤ ਸੈਣੀ ਦੀ ਇਹਨਾਂ ਦੇ ਸਰਕਾਰ ਦੇ ਵਿੱਚ ਬੇਲ ਹੁੰਦੀ ਆ, ਸੋ ਉਹ ਨਹੀਂ ਇਹਨਾਂ ਨੇ ਠੀਕ ਸਮਝਿਆ। ਕਾਰਨ ਕੀ ਲੱਗਦਾਗਾ, ਕਿੰਨਾ ਕੁ ਔਖਾ ਕੰਮ ਹੈਗਾ ਵੀ ਜਦੋਂ ਕਿ ਖਾਰਾ ਸਾਹਿਬ ਇੱਕ ਗੱਲ ਹੈਗੀ ਕਿ ਜਿੱਦਾਂ ਹੁਣ ਕੋਈ ਵੀ ਜੇਕਰ ਦੋਸ਼ੀ ਹੋਵੇ ਨਾ ਤੇ ਦੋਸ਼ੀ ਨੂੰ ਜੇਕਰ ਕਰਾਰ ਕਰਨਾ ਦੇਣਾ ਹੋਵੇ ਨਾ ਕਿ ਵੀ ਇਹ ਦੋਸ਼ੀ ਹੈਗਾ ਤੇ ਇਹਦੇ ਆਹ ਸਬੂਤ ਪਏ ਨੇ ਤਾਂ ਉਸ ਨੂੰ ਅਗਲੇ ਦਿਨ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੁੰਦਾਗਾ। ਆਮ ਬੰਦੇ ਦੀ ਗੱਲ ਜੇਕਰ ਮੈਂ ਕਰਾਂ ਤਾਂ ਤੁਹਾਨੂੰ ਕੀ ਲੱਗਦਾਗਾ ਵੀ ਇਸ ਦੇ ਪਿੱਛੇ ਕਿੰਨਾ ਕੁ ਵੱਡਾ ਔਖਾ ਕੰਮ ਹੈਗਾ ਇਹ? ਦੇਖੋ ਆਮ ਬੰਦੇ ਨੂੰ ਜੇ ਇਸ ਤਰ੍ਹਾਂ ਦੀ ਹੋਵੇ ਤੇ ਨਾਲ ਦੀ ਨਾਲ 6 ਮਹੀਨੇ ਸਾਲ 'ਚ ਟ੍ਰਾਇਲ ਖਤਮ ਹੋ ਜਾਂਦਾ ਹੈ। ਆਮ ਕੇਸਾਂ ਤੁਸੀਂ ਦੇਖੋਗੇ 302 ਹੈ ਜਿਹੜਾ ਸਾਲ 1.5 ਸਾਲ 6 ਮਹੀਨਿਆਂ 'ਚ ਉਹ ਟ੍ਰਾਇਲ ਕੰਪਲੀਟ ਹੋ ਜਾਂਦਾ ਹੈ। ਤੇ ਇਸ ਦੇ ਵਿੱਚ ਸ਼ਰੇਆਮ ਪਤਾ ਕਿ ਮਰਡਰ ਹੋਏ ਨੇ, ਦੋ ਇਹਨਾਂ ਬੰਦਿਆਂ ਨੇ ਕੀਤੇ ਨੇ, ਇਹਨਾਂ ਦੇ ਕਹਿਣ ਤੇ ਹੋਏ ਨੇ। ਬੱਚੇ ਨੂੰ ਪਤਾ ਮੁਲਜ਼ਮ ਨਾਲ ਦਾ ਕਿਉਂਕਿ ਐਡਮਿਟ ਕਰਦਾ ਹੈ ਕਿ ਮੈਂ ਫਲਾਣੇ ਦੇ ਕਹਿਣ ਤੇ ਆਰਡਰ ਤੇ ਗੋਲੀ ਚਲਵਾਈ ਹੈ, ਤੇ ਫਿਰ ਵੀ ਕੁਝ ਨਹੀਂ ਹੋ ਰਿਹਾ। ਕਾਨੂੰਨ ਫਿਰ ਕਿਹਦੇ ਲਈ ਬਣਿਆ ਹੈਗਾ? ਕਾਨੂੰਨ ਸਧਾਰਨ ਆਦਮੀ ਲਈ, ਗਰੀਬ ਲਈ ਬਣਿਆ, ਅਮੀਰ ਲਈ ਇੰਡੀਆ 'ਚ ਕੋਈ ਕਾਨੂੰਨ ਨਹੀਂ। ਮੈਂ ਤੁਹਾਨੂੰ ਇਹੀ ਦੱਸ ਕੇ ਹਟਿਆ ਕਿ ਸਨ 84 'ਚ ਕੀ ਸੀ। ਸਨ 84 ਦੇ ਵਿੱਚ ਜਸਟਿਸ ਮਿਸ਼ਰਾ ਦੀ ਰਿਪੋਰਟ ਪੜ੍ਹ ਕੇ ਦੇਖ ਲਓ, ਸ਼ਰੇਆਮ ਐਲੀਗੇਸ਼ਨ ਲੱਗੇ ਸੀ, ਉਹਨੇ ਬਚਾਇਆ ਸੀ। ਸਰਕਾਰੀ ਜਿਹੜੇ ਉਦੋਂ ਦੇ ਪੋਲੀਟੀਸ਼ੀਅਨ ਸੀ ਜਿਨ੍ਹਾਂ ਦੇ ਕਹਿਣ ਤੇ ਸਿੱਖ ਮਾਰੇ ਗਏ ਸੀ, ਤਾਂ ਜਸਟਿਸ ਮਿਸ਼ਰਾ ਨੇ ਉਹਨਾਂ ਨੂੰ ਬਚਾਇਆ ਸੀ ਤੇ ਨਾਨਾਵਤੀ ਕਮਿਸ਼ਨ ਦੇ ਰਿਪੋਰਟ ਦੇ ਵਿੱਚ ਵੀ ਆ ਚੁੱਕਾ ਸੀ। ਸੋ ਸਾਰਾ ਦੇਖੋਗੇ ਤੁਸੀਂ ਤਾਂ ਉਹ ਜਿੱਥੇ ਅਮੀਰ ਆਦਮੀ ਨੇ ਕਤਲ ਕਰਾਇਆ ਹੈ ਉਹਨੂੰ ਕੁਝ ਨਹੀਂ ਪੁੱਛਦਾ। ਤੁਸੀਂ ਤਾਂ ਹਜ਼ਾਰਾਂ ਦੀ ਗਿਣਤੀ 'ਚ ਮਰਡਰ ਹੋਏ ਨੇ। ਅੱਤਵਾਦੀ ਸਿੱਖਾਂ ਨੂੰ ਕਿਹਾ ਗਿਆ ਹੈ, ਅੱਤਵਾਦੀ ਤਾਂ ਉਹ ਲੋਕ ਸੀ ਜਿਨ੍ਹਾਂ ਪੋਲੀਟੀਸ਼ੀਅਨ ਨੇ ਕਹਿਣ ਤੇ ਕਤਲ ਹੋਏ ਸੀ ਦਿੱਲੀ ਦੇ ਵਿੱਚ। ਕਿਸੇ ਨੇ ਅੱਤਵਾਦੀ ਕਿਹਾ ਅਜੇ ਤੱਕ? ਕਿਸੇ ਨੇ ਕਿਹਾ ਅਜੇ ਤੱਕ ਕਿ ਇੰਨੇ ਅੱਤਵਾਦੀਆਂ ਨੇ ਇੰਨੇ ਹਜ਼ਾਰਾਂ ਸਿੱਖ ਮਾਰਤੇ? ਨਾ, ਜਦ ਵੀ ਕਹਿਣਗੇ ਅੱਤਵਾਦੀ ਸਿੱਖ ਹੈ ਉਹਨੇ ਕਤਲ ਕੀਤਾ ਹੈ। ਸੋ ਇਹ ਘੱਟ ਗਿਣਤੀ ਦਾ ਜਿਹੜਾ ਇੰਡੀਆ ਦੇ ਵਿੱਚ ਰਿਜ਼ਲਟ ਹੈ। ਇੰਡੀਆ ਦੇ ਵਿੱਚ ਜਦੋਂ ਵੀ ਫੈਸਲਾ ਹੋਣਾ ਘੱਟ ਗਿਣਤੀ ਦੇ ਖਿਲਾਫ ਹੋਣਾ। ਸੋ ਸਾਨੂੰ ਤਾਂ ਕਲੀਅਰ ਹੈਗਾ ਹੀ ਹੈ, ਠੀਕ ਹੈ, ਪ੍ਰੋਟੈਸਟ ਕਰਨਾ ਇਹਦਾ ਰਾਈਟ ਹੈ, ਇਸ ਦੀ ਡਿਊਟੀ ਹੈ। ਜੇ ਨਾ ਕਰੇਗਾ ਤੇ ਕਮ ਸੇ ਕਮ ਕੱਲ ਨੂੰ ਬੰਦੇ ਹੋਰ ਕਤਲ ਹੋਣਗੇ। ਤੋ ਇਸ ਕਰਕੇ ਮੇਰੇ ਦੇਖਣ 'ਚ ਪਰਿਵਾਰ ਬੈਠਾ ਹੈ, ਠੀਕ ਆ, ਅਸੀਂ ਸਾਥ ਦਿੰਦੇ ਆ, ਲੋਕਾਂ ਨੂੰ ਸਾਥ ਦੇਣਾ ਚਾਹੀਦਾ ਇਹਨਾਂ ਦਾ। ਸੋ ਬਹੁਤ ਬਹੁਤ ਧੰਨਵਾਦ। ਗੱਲਬਾਤ ਅਸੀਂ ਕਰ ਰਹੇ ਸੀਗੇ ਸੁਖਰਾਜ ਦੇ ਨਾਲ, ਜਿਨ੍ਹਾਂ ਦੇ ਪਿਤਾ ਜੀ ਇਸ ਬੇਅਦਬੀ ਦੇ ਇਨਸਾਫ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਤੇ ਇਸ ਤੋਂ ਬਾਅਦ ਇੱਥੇ ਇਨਸਾਫ ਦੀ ਲੜਾਈ ਜਿਹੜੀ ਹੈਗੀ ਆ ਉਹ ਫਿਰ ਵੀ ਅਜੇ ਬਰਕਰਾਰ ਹੈ। 6 ਸਾਲ ਦਾ ਸਮਾਂ ਬੀਤਿਆ ਪਰ ਲੇਕਿਨ ਅਜੇ ਤੱਕ ਇਨਸਾਫ ਨਹੀਂ ਮਿਲਿਆ। ਸਰਕਾਰਾਂ ਅਕਸਰ ਆ ਕੇ ਇਹ ਦਾਅਵੇ ਕਰਦੀਆਂ ਨੇ, ਵਿਸ਼ਵਾਸ ਦਿਵਾਉਂਦੀਆਂ ਨੇ ਕਿ ਇੱਥੇ ਅਸੀਂ ਇਸ ਮੋਰਚੇ ਨੂੰ, ਜੋ ਸਿੱਖ ਇਨਸਾਫ ਮੋਰਚਾ ਲੱਗਿਆ ਹੈ ਤੇ ਉਸ ਨੂੰ ਅਸੀਂ ਇਨਸਾਫ ਜ਼ਰੂਰ ਦਿਵਾਵਾਂਗੇ, ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਤਾਂ ਉਸ ਨੂੰ ਲੈ ਕੇ ਵੀ ਬਹੁਤ ਸਾਰੇ ਸਿਆਸੀ ਲੀਡਰਾਂ ਦੇ ਉੱਤੇ ਵੀ ਸਵਾਲ ਨੇ। ਸਹਿਯੋਗੀ ਗੌਰਵ ਦੇ ਨਾਲ ਗੌਤਮ ਕੁਮਾਰ, ਤੁਸੀਂ ਵੇਖ ਰਹੇ ਹੋ ਔਨ 에ਅਰ, ਪਿੰਡ ਬਹਿਬਲ ਕਲਾਂ।